ਭਾਵ ਇਹ ਹੈ ਕਿ ਮਨ ਬੁੱਧ ਵਿੱਚ ਖੋਟੇ ਭਾਵ ਆਉਣ ਨਾਲ ਹੀ ਪਰਸਪਰ ਸੰਬੰਧ ਟੁੱਟ ਜਾਂਦਾ ਹੈ। ਇਸ ਤੋਂ ਵੀ ਵੱਧ ਇਹ ਗੱਲ ਹੈ ਕਿ ਜਦੋਂ ਜਿਗਿਆਸੂ ਨੂੰ ਵਿਚਾਰ ਸੰਕੇ ਤੇ ਸੋਚਾਂ ਮਾਤਰ ਵੀ ਪੈ ਜਾਵਣ ਤਾਂ ਅੰਦਰਲੀ ਪ੍ਰੇਮ ਦੀ ਗੰਢ ਤਾਂ ਉਹ ਨਾਲ ਹੀ ਟੁੱਟ ਜਾਂਦੀ ਹੈ। ਇਸ ਲਈ ਹੇ ਜਿਗਿਆਸੂ, ਗੁਰੂ ਦੇ ਹੁਕਮ ਦੁਆਰਾ ਆਪਣੇ ਮਨ ਵਿੱਚ ਆਪਣਾ ਕਾਰਜ ਰਸ ਕਰ। ਭਾਵ ਇਹ ਹੈ ਕਿ ਗੁਰੂ ਕਿਆ ਸਾਕਾਰ ਕਮਾਓ, ਐਸਾ ਕਰਮ ਨਾਲ ਤੋੜ ਨਹੀਂ ਆਵੇਗੀ ਤੇ ਸੱਚ ਰੂਪੀ ਲਾਹਾ ਪ੍ਰਾਪਤ ਹੋਵੇਗਾ। ਜੋ ਤੁਹਾਨੂੰ ਦੱਸ ਰਿਹਾ ਹੈ ਉਸ ਤਰ੍ਹਾਂ ਮਾਲਕ ਦੀ ਇਬਾਦਤ ਕਰ। ਅਜਿਹਾ ਕਰਨ ਨਾਲ ਤੈਨੂੰ ਲਾਹਾ ਪ੍ਰਾਪਤ ਹੋਏਗਾ। ਉਹ ਸੱਚ ਹੈ ਜੋ ਕਿ ਤਿੰਨਾਂ ਭਾਵਨਾ ਦਾ ਮਾਲਕ ਹੈ। ਇਹ ਗੱਲ ਸੱਚ ਹੈ ਕਿ ਇਹ ਇੱਕ ਕੁਲ ਮਾਲਕ ਸਾਈਂ ਤਿੰਨਾਂ ਭਾਵਨਾ ਦਾ ਮਾਲਕ ਹੈ। ਸਭ ਦਾ ਅਤੀ ਪਿਆਰਾ ਹੈ, ਸਭ ਨੂੰ ਅਤੀ ਪਿਆਰਾ ਹੈ। ਠਾਕੋ ਮਨਵਾ ਰਾਖੋ ਠਾਏ ਕਮੂਈ ਅਬ ਗੁਣ ਪਸੋਤਾਏ। ਠਾਕੁਰ ਏਕ ਸਬਾਈ ਨਾਰ, ਬਹੁਤ ਵੇਸ ਕਰੇ ਕੁੜਿਆਰ। ਪਰ ਘਰ ਜਾਤੀ ਠਾਕ ਰਹਾਈ, ਮਹਿਲ ਬੁਲਾਈ ਠਾਕ ਨਾ ਪਾਈ। ਸ਼ਬਦ ਸੁਆਰੀ ਸਾਚ ਪਿਆਰੀ, ਸਾਈਂ ਸੁਹਾਗਣ ਠਾਕੁਰ ਧਾਰੀ। ਠਾਕਰ ਜੋ ਤਿੰਨਾਂ ਭਾਵਨਾ ਦਾ ਸਵਾਮੀ ਤੇ ਪ੍ਰੀਤ ਕਰਨੇ ਯੋਗ ਹੈ। ਇਹ ਇੱਕ ਹੈ। ਇਹ ਤਿੰਨਾਂ ਭਾਵਨਾ ਦਾ ਸਵਾਮੀ ਤੇ ਪ੍ਰੀਤ ਕਰਨੇ ਯੋਗ ਹੈ। ਲੇਕਿਨ ਲੋਕਾਂ ਨੇ ਇਸ ਤੋਂ ਇਲਾਵਾ ਹੋਰ ਕਈ ਇਸ਼ਟ ਦੇਵਤੇ, ਇਤਰ ਦੇਵਤੇ, ਦੇਵ, ਇਸ਼ਟ ਦੇਵ ਔਰ ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਕੀਤੀ ਹੋਈ ਹੈ। ਜੋ ਨਾਰੀ ਹਨ, ਠਾਕਰ ਨਹੀਂ ਹਨ। ਉਹ ਲੋਕ ਭਾਵ ਜਿਗਿਆਸੂ ਰੂਪੀ ਇਸਤਰੀ ਲੋਕ ਕੁੜਿਆਰ ਹਨ। ਉਹ ਲੋਕ ਭਾਵ ਜਿਗਿਆਸੂ ਰੂਪੀ ਇਸਤਰੀ ਲੋਕ ਕੁੜਿਆਰ ਹਨ, ਝੂਠੇ ਹਨ, ਜੋ ਠਾਕਰ ਨੂੰ ਛੱਡ ਕੇ ਨਾਰੀਆਂ ਪਿੱਛੇ ਬਹੁਤੇ ਵੇਸ ਕਰਦੇ ਹਨ। ਗੁਰੂ ਨਾਨਕ ਸਾਹਿਬ ਕਿਸ ਤਰੀਕੇ ਨਾਲ ਸਮਝਾ ਰਹੇ ਹਨ, ਸਮਝੋ। ਸੋ ਮਨ ਨੂੰ ਇਤਰ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕੋ ਤੇ ਇਸ ਨੂੰ ਟਿਕਾਣੇ ਰੱਖੋ, ਸਥਿਰ ਰੱਖੋ ਮਨ ਨੂੰ। ਭਾਵ ਇਸ ਸਿੱਖ ਠਾਕਰ ਵਿੱਚ ਲਾਈ ਰੱਖੋ। ਨਹੀਂ ਤਾਂ ਇਤਰ ਦੇਵੀ ਦੇਵਤਿਆਂ ਨਾਲ ਜੋ ਲੱਗ ਗਏ ਸੋ ਇਸ ਅਵਗੁਣ ਵਿੱਚ ਪਈ ਹੋਈ ਪਿੱਛੇ ਪਛਤਾਉਂਦੀ ਮਰਦੀ ਹੈ ਰੂਹ ਰੂਪੀ ਇਸਤਰੀ। ਜੋ ਰੂਹ ਰੂਪੀ ਇਸਤਰੀ ਇਤਰ ਦੇਵੀ ਦੇਵਤਿਆਂ ਨਾਲ ਲੱਗ ਗਈ ਸੋ ਇਸ ਅਵਗੁਣ ਵਿੱਚ ਪਈ ਹੋਈ ਪਿੱਛੋਂ ਪਛਤਾਉਂਦੀ ਹੈ। ਪਰ ਜੋ ਪਰਾਏ ਘਰ ਵੱਲ ਜਾਣੋ, ਭਾਵ ਠਾਕਰ ਤੋਂ ਸੁੱਟ ਹੋਰਨਾਂ ਦੀ ਪੂਜਾ ਵਿੱਚ ਪੈਣੋ। ਪਰ ਜੋ ਪਰਾਏ ਘਰ ਵੱਲ ਜਾਏ, ਭਾਵ ਠਾਕਰ ਤੋਂ ਸੁੱਟ ਹੋਰਨਾਂ ਦੀ ਪੂਜਾ ਵਿੱਚ ਪਵੇ, ਰੁਕ ਗਈ ਹੈ, ਪਈ ਹੋਈ ਹੈ। ਉਹ ਜਿਗਿਆਸੂ ਰੂਪੀ ਚੇਰੀ ਠਾਕਰ ਨੇ ਆਪਣੇ ਮਹਿਲ ਵਿੱਚ ਸੱਦ ਲਈ ਹੈ ਤੇ ਉਸ ਦੇ ਰਸਤੇ ਵਿੱਚ ਫਿਰ ਕੋਈ ਰੋਕ ਨਹੀਂ ਪਈ। ਜਦ ਮਾਲਕ ਸੱਦੇਗਾ, ਸ਼ਬਦ ਨੇ ਉਸ ਨੂੰ ਸਵਾਰਿਆ ਹੈ, ਸੱਚ ਨੇ ਉਸ ਨੂੰ ਪਿਆਰਿਆ ਹੈ ਤੇ ਠਾਕਰ ਨੇ ਉਸ ਨੂੰ ਧਾਰਿਆ ਹੈ, ਭਾਵ ਗ੍ਰਹਿਣ ਕੀਤਾ ਹੈ। ਇਸ ਕਰਕੇ ਉਹ ਸੁਹਾਗਣ ਬਣ ਗਈ ਹੈ। ਸੋ ਢੋਲਤ ਹੈ ਸਖੀ, ਫਾਟੇ ਚੀਰ ਸਿੰਗਾਰ। ਢਾਪਨ ਤਨ ਸੁਖ ਨਹੀਂ, ਬਿਨ ਟੁਰ ਬਿਨਠੀ ਡਾਰ। ਦਰਪਮਈ ਘਰਾ ਆਪਣੇ, ਠੀਠੀ ਕੰਤ ਸੁਜਾਨ। ਡਰ ਰੱਖਿਆ ਗੁਰ ਆਪਣੇ, ਨਿਰਭਉ ਨਾਮ ਬਖਾਨ। ਢੋਲਣਾ, ਦਰ ਭੜਕਦਿਆਂ ਫਿਰਨਾ। ਚੀਰ, ਸਰੀਰ ਦਾ ਸ਼ਿੰਗਾਰ ਕਰਨਾ। ਤਾਂ ਡਾਪਨ, ਜਲਨ, ਪਿਆਸ ਦੀ ਜਲਨ ਜਾਂ ਡੰਜ। ਡਾਹ ਨੂੰ ਸਿੱਧੀ ਗੁਜਰਾਤੀ ਵਿੱਚ ਚਲਾਕੀ ਚਤੁਰਾਈ ਨੂੰ ਵੀ ਕਹਿੰਦੇ ਹਨ। ਬਹੁਤੇ ਵੇਸ ਕਰਨ ਵਾਲੀ ਕੁੜਿਆਰ ਨਾਰ ਨੂੰ ਕਹਿੰਦੇ ਹਨ। ਇਹ ਸਖੀ, ਇੱਕ ਠਾਕਰ ਨੂੰ ਛੱਡ ਕੇ ਜੋ ਤੂੰ ਦੁਆਰੇ ਢੋਲਦੀ ਫਿਰਦੀ ਹੈ, ਇਸ ਇੱਕ ਰੱਬ ਨੂੰ ਛੱਡ ਕੇ ਤੂੰ ਜਗ੍ਹਾ ਜਗ੍ਹਾ ਢੋਲਦੀ ਫਿਰਦੀ ਹੈ। ਇਸ ਨਾਲ ਤੇਰੇ ਕੀਤੇ ਅਨੇਕ ਵੇਸ ਤੇ ਸ਼ਿੰਗਾਰ ਬਿਰਥਾ ਜਾਣਗੇ। ਜਿਹੜੀ ਅੰਦਰਲੀ ਆਤ੍ਰਿਪਤ ਡੰਜ ਤੈਨੂੰ ਐਉਂ ਲਈ ਫਿਰਦੀ ਹੈ, ਤੇਰੇ ਅੰਦਰਲੀ ਆਤ੍ਰਿਪਤ ਡੰਜ ਤੈਨੂੰ ਐਉਂ ਲਈ ਫਿਰਦੀ ਹੈ, ਉਹ ਡੰਜ ਨਾਲ ਤਨ ਵਿੱਚ ਸੁਖ ਨਹੀਂ ਹੋਏਗਾ। ਉਸ ਦਾ ਦਾਰੂ ਇੱਕ ਠਾਕਰ ਦਾ ਡਰ ਹੈ। ਇਹ ਠਾਕਰ, ਇਹ ਰੱਬ, ਇਸ ਦਾ ਡਰ ਹੈ। ਇਸ ਡਰ ਬਿਨਾਂ ਤੂੰ ਇੱਕ ਕੀ
ਡਰਾਂ ਦੀਆਂ ਡਰਾਂ ਵਿਨਾਸ਼ ਹੋ ਰਹੀਆਂ ਹਨ। ਇਸ ਡਰ ਬਿਨਾ, ਇਸ ਇੱਕ ਦੇ ਡਰ ਬਿਨਾ ਡਰਾਂ ਦੀਆਂ ਡਰਾਂ ਵਿਨਾਸ਼ ਹੋ ਰਹੀਆਂ ਹਨ। ਪਰ ਹੁਣ ਜਾਣੋ ਠਾਕ ਰਿਹਾਈ ਦਾ ਹਾਲ ਦੱਸਦੇ ਹਨ। ਪਰ ਹੁਣ ਜਾਣੋ ਠਾਕ ਰਿਹਾਈ ਦਾ ਸਾਹਿਬ ਹਾਲ ਦੱਸਦੇ ਹਨ ਕਿ ਉਹ ਆਪਣੇ ਮਨ ਵਿੱਚ ਇੱਕ ਠਾਕਰ ਦੇ ਡਰ ਨਾਲ ਭੈ ਵਿੱਚ ਰਹਿ ਕੇ ਮਰ ਗਈ, ਭਾਵ ਅਡੋਲ ਹੋ ਗਈ। ਉਸ ਅਡੋਲ ਹੋਈ ਨੂੰ ਸੁਜਾਨ ਪਤੀ ਨੇ ਦੇਖਿਆ। ਉਸ ਅਡੋਲ ਹੋਈ ਨੂੰ ਸੁਜਾਨ ਪਤੀ ਨੇ ਦੇਖਿਆ, ਜਿਸ ਨੇ ਇਹ ਡਰ ਰੱਖਿਆ ਸੀ। ਉਸ ਨੂੰ ਆਪਣੇ ਗੁਰੂ ਨੇ ਨਿਰਭਉ ਨਾਮ ਦਾ ਉਪਦੇਸ਼ ਦੇ ਦਿੱਤਾ। ਭਾਵ ਉਸ ਪਤੀ ਦੇ ਭੈ ਵਾਲੀ ਨੂੰ ਉਹ ਨਾਮ ਪ੍ਰਾਪਤ ਹੋਇਆ ਜੋ ਨਿਰਭੈ ਕਰ ਦਿੰਦਾ ਹੈ। ਡੋਗਰਵਾਸ ਤਿਖਾਗਨੀ ਜਬ ਦੇਖਾ ਨਹੀਂ ਦੂਰ, ਤ੍ਰਿਖਾ ਨਵਾਰੀ ਸ਼ਬਦ ਮਨ ਅੰਮ੍ਰਿਤ ਪਿਆ ਭਰਪੂਰ। ਦੇ ਆਕੇ ਸਭ ਕੋਈ ਜੈ ਭਾਵੇ ਤੈ ਦੇ, ਗੁਰੂ ਦੁਆਰੇ ਦੇਵਸੀ ਤਿਖਾ ਨਵਾਰੇ ਸੋਏ। ਇਸ ਠਾਕਰ ਦਾ ਵਾਸਾ ਉੱਚੇ ਪਹਾੜ ਉੱਤੇ ਹੈ। ਇਸ ਠਾਕਰ ਦਾ ਵਾਸਾ ਉੱਚੇ ਪਹਾੜ ਉੱਤੇ ਹੈ। ਉਸ ਪਹਾੜ ਇੰਨਾ ਉੱਚਾ ਅਤੇ ਦੂਰ ਹੈ, ਰਸਤੇ ਤੇ ਚਲਦਿਆਂ ਤੁਰਦਿਆਂ ਅੱਤ ਦੀ ਤ੍ਰੇ ਪਿਆਸ ਲੱਗਦੀ ਹੈ। ਪਰ ਜਦ ਉਸ ਨੂੰ ਦ੍ਰਿਸ਼ਟੀ ਨਾਲ ਤੱਕਿਆ, ਦ੍ਰਿਸ਼ਟੀ ਨਾਲ ਡਿਠਾ, ਤਾਂ ਇਹ ਤਾਂ ਦੂਰ ਹੀ ਨਹੀਂ। ਸਾਰੇ ਸਾਧੂ ਸੰਤ ਮਹਾਤਮਾ ਇਸ ਤਰ੍ਹਾਂ ਹੀ ਕਹਿੰਦੇ ਆਉਂਦੇ ਹਨ ਕਿ ਇਸ ਪ੍ਰਭ ਨੂੰ ਮਿਲਣਾ ਦਾ ਰਸਤਾ ਦੂਰ ਹੈ। ਤੇ ਰਸਤੇ ਤੇ ਚਲਦਿਆਂ ਅੱਤ ਦੀ ਤ੍ਰੇ ਪਿਆਸ ਲੱਗਦੀ ਹੈ। ਪਰ ਜਦ ਇਸ ਨੂੰ ਦ੍ਰਿਸ਼ਟੀ ਨਾਲ ਤੱਕਿਆ, ਦ੍ਰਿਸ਼ਟੀ ਨਾਲ ਡਿੱਠਾ, ਤਾਂ ਇੱਕ ਕੋਲ ਸੀ। ਇਹ ਦ੍ਰਿਸ਼ਟੀ ਐਉਂ ਪ੍ਰਾਪਤ ਹੋਈ ਕਿ ਮੈਂ ਸ਼ਬਦ ਮਨ ਵਿੱਚ ਵਸਾਇਆ। ਉਸਨੇ ਤ੍ਰਿਖਾ ਦੂਰ ਕਰ ਦਿੱਤੀ, ਪਿਆਸ ਦੂਰ ਕਰ ਦਿੱਤੀ। ਇਹ ਅੰਮ੍ਰਿਤ ਨਾਮ ਮੈਂ ਪੀਤਾ ਤੇ ਤ੍ਰਿਪਤ ਹੋ ਗਈ। ਇਹ ਗੱਲ ਸੁਣ ਕੇ ਸਭ ਕੋਈ ਆਖਦਾ ਹੈ ਕਿ ਇਹ ਅੰਮ੍ਰਿਤ ਸਾਨੂੰ ਦਿਓ, ਜ਼ਰੂਰ ਦਿਓ। ਪਰ ਠਾਕਰ ਜਿਸ ਨੂੰ ਪਾਉਂਦਾ ਹੈ ਉਸ ਨੂੰ ਦਿੰਦਾ ਹੈ, ਅਤੇ ਦਿੰਦਾ ਗੁਰੂ ਦੇ ਰਾਹੀਂ ਹੈ, ਥਰੂ ਗੁਰੂ ਦੁਆਰਾ ਦੇਵਸੀ ਤਿਖਾ ਨਵਾਰੇ ਸੋਏ। ਉਹ ਅੰਮ੍ਰਿਤ ਫਿਰ ਤ੍ਰੇ ਪਿਆਸ ਦੂਰ ਕਰ ਦਿੰਦਾ ਹੈ। ਇਹ ਅੰਮ੍ਰਿਤ ਫਿਰ ਤ੍ਰੇ ਪਿਆਸ ਦੂਰ ਕਰ ਦਿੰਦਾ ਹੈ। ਟੰਡੋਲਤ ਢੂੰਡਤ ਹਉ ਫਰੀ, ਢਹਿ ਪਵਨ ਕਰਾਰ, ਭਾਰੇ ਡਹਤੇ ਢਹਿ ਹੌਲੇ ਨਿਕਸੇ ਪਾਰ, ਅਮਰ ਆਜਾਤੀ ਹਰ ਮਿਲੇ, ਤਿਨਕੇ ਹਉ ਬਲ ਜਾਊ, ਤਿਨਕੀ ਧੂੜ ਆ ਭੁੱਲਿਆ, ਸੰਗਤ ਮੈਲ ਮਲਾਊ। ਢੂੰਡਣਾ, ਆਪ ਤੁਰ ਫਿਰ ਕੇ ਤਲਾਸ਼ ਕਰਨਾ। ਢੰਡੋਲਣਾ, ਦੂਜੇ ਦੇ ਰਾਹੀਂ ਢੂੰਡਣਾ। ਢੂੰਡਣ ਦਾ ਭਾਵ ਆਪਣੇ ਤਜਰਬੇ ਵਿੱਚੋਂ ਕੁਝ ਲੱਭਣਾ ਤੇ ਉਸ ਤੋਂ ਸਬਕ ਲੈਣਾ ਹੁੰਦਾ ਹੈ। ਢੰਡੋਲਣਾ ਦਾ ਭਾਵ ਹੈ ਦੂਜਿਆਂ ਦੇ ਤਜਰਬੇ ਵਿੱਚੋਂ, ਜਿਵੇਂ ਧਰਮ ਪੁਸਤਕਾਂ ਆਦਿ ਵਿੱਚੋਂ ਕੁਝ ਢੂੰਡਣਾ ਜਾਂ ਮਿਲਦਾ ਹੈ। ਨਦੀ ਕਿਨਾਰੇ ਰੁੱਖ ਅੰਤ ਨਦੀ ਵਿੱਚ ਡਿੱਗਦੇ ਹਨ, ਭਾਵ ਸਾਰੇ ਲੋਕ ਮਰਦੇ ਹਨ। ਨਦੀ ਕਿਨਾਰੇ ਰੁੱਖ ਅੰਤ ਵਿੱਚ ਨਦੀ ਵਿੱਚ ਡਿੱਗਦੇ ਹਨ, ਭਾਵ ਸਾਰੇ ਲੋਕ ਮਰਦੇ ਹਨ। ਜੋ ਨਿਸ਼ਕਾਮ ਭਗਤ ਹਨ ਮੁਕਤੀ ਪਾਉਂਦੇ ਹਨ। ਜੋ ਲੋਕ ਕਾਮਨਾਵਾਂ ਨਾਲ ਭਰੇ ਪਏ ਹਨ ਉਹ ਆਪਣੀ ਕਾਮਨਾ ਦੀ ਪ੍ਰਾਪਤੀ ਵਿੱਚ ਰਹਿ ਜਾਂਦੇ ਹਨ, ਹਰੀ ਨੂੰ ਨਹੀਂ ਪਾ ਸਕਦੇ। ਹਰੂਏ ਹਰੇ ਤਰ ਗਏ, ਡੁੱਬੇ ਜਿਨ ਸਿਰ ਭਾਰਾ। ਹਰੂਏ ਹਰੇ ਤਰ ਗਏ, ਡੁੱਬੇ ਜਿਨ ਸਿਰ ਭਾਰਾ। ਅਮਰ ਤੇ ਆਜ਼ਾਦੀ ਰੱਬ ਨੂੰ ਮਿਲੇ ਹੋਏ ਹਨ। ਅਮਰ ਤੇ ਆਜ਼ਾਦੀ ਰੱਬ ਨੂੰ ਮਿਲੇ ਹੋਏ ਹਨ। ਆਜ਼ਾਦੀ ਜੋ ਜਾਚਿਆ ਨਾ ਜਾ ਸਕੇ, ਅਮਰ ਸੁਤੇ ਹੀ ਜੋ ਉਸ ਨਾਲ ਮਿਲ ਚੁੱਕੇ ਹਨ। ਘੁਲਣਾ, ਕਿਸੇ ਸੈ ਵਿੱਚ ਰਲ ਮਿਲ ਜਾਣਾ। ਘੁਲਣਾ, ਘੁਲੀ ਹਾਲਤ ਵਿੱਚੋਂ ਨਿੱਤਰ ਕੇ ਅਲੱਗ ਹੋ ਕੇ ਉੱਪਰ ਆ ਜਾਣਾ, ਭਾਵ ਤਰ ਕੇ ਉੱਪਰ ਆ ਜਾਣਾ, ਭਾਵ ਤਰ ਜਾਣਾ। ਟੰਡੋਲਤ ਢੂੰਡਤ ਹਉ ਫਰੀ, ਟੰਡੋਲਦੀ ਢੂੰਡਦੀ ਮੈਂ ਫਿਰ ਰਹੀ ਸੀ ਤੇ ਮੈਂ ਡਿੱਠਾ ਕਿ ਕਿਨਾਰਿਆਂ ਨੂੰ ਢਹਿ ਕੇ ਡਿੱਗ ਰਹੇ ਹਨ, ਭਾਰੇ ਵੀ ਤੇ ਹਲਕੇ ਵੀ, ਸਭ ਮੋਟੀਆਂ ਵੱਡੀਆਂ ਡਿੱਗਾਂ ਤੇ ਮਿੱਟੀ ਦੇਖਣ ਕੇ ਵੀ। ਭਾਰੇ ਤਾਂ ਢਹਿੰਦਿਆਂ ਸਾਰੇ ਡੁੱਬ ਗਏ, ਪਰ ਹੌਲੇ ਪਾਰ ਜਾ ਨਿਕਲੇ। ਭਾਰੇ ਤਾਂ ਢਹਿੰਦਿਆਂ ਸਾਰੇ ਡਿੱਗ ਗਏ, ਭਾਵ ਥੱਲੇ ਬਹਿ ਗਏ ਉਹਦੇ ਵਿੱਚ ਜਾ ਕੇ, ਪਰ ਹਲਕੇ ਜੋ ਹੈ ਹੌਲੇ ਹੌਲੇ ਪਾਰ ਜਾ ਨਿਕਲੇ। ਤਰਦੇ ਉੱਤੇ ਮਿੱਟੀ ਦੇ ਕਿਣਕੇ ਉਹ ਪਾਰ ਨਿਕਲ ਗਏ। ਹੌਲੇ ਕੌਣ ਸਨ? ਆਜਾਚੀ,
ਜਿਨ੍ਹਾਂ ਵਿੱਚ ਜਾਚਨਾ ਨਹੀਂ ਸੀ, ਭਾਵ ਜੋ ਨਿਸਕਾਮ ਭਗਤੀ ਵਾਲੇ ਸਨ। ਇਹਨਾਂ ਨਿਸਕਾਮ ਭਗਤੀ ਵਾਲਿਆਂ ਨੂੰ ਕਦੇ ਨਾ ਮਰਨੇ ਵਾਲੇ ਹਰੀ ਜੀ ਮਿਲ ਪਏ। ਉਹਨਾਂ ਦੇ ਮੈਂ ਸਦਕੇ ਜਾਂਦਾ ਹਾਂ। ਉਹਨਾਂ ਨਿਸਕਾਮ ਭਗਤਾਂ ਦੀ ਧੂੜ ਕਰਕੇ ਸੁੱਟੀਦਾ ਹੈ। ਇਸ ਕਰਕੇ ਹੇ ਹਰੀ, ਉਹਨਾਂ ਦੀ ਸੰਗਤ ਦੇ ਮੈਲ ਵਿੱਚ ਸਾਨੂੰ ਮਿਲਾ ਦਿਓ। ਮਨ ਦਿਆ ਗੁਰ ਆਪਣੇ, ਪਾਇਆ ਨਿਰਮਲ ਨਾਉ। ਜਿਨ ਨਾਮ ਦਿਆ ਤਿਸ ਸੇਵਸਾ, ਤਿਸ ਬਲਿਹਾਰੇ ਜਾਉ। ਜੋ ਸਾਰੇ ਜੋ ਢਾਸੀ, ਤਿਸ ਬਿਨ ਅਵਰ ਨਾ ਕੋਏ। ਗੁਰ ਪ੍ਰਸਾਦੀ ਤਿਸ ਸਮਲਾ, ਤਾਂ ਤਨ ਦੁੱਖ ਨਾ ਹੋਏ। ਰਚਨਾ ਕਰਨ ਵਾਲਾ ਤੇ ਸੰਘਾਰ ਕਰਤਾ ਵਾਹਿਗੁਰੂ ਆਪ ਹੈ। ਬ੍ਰਹਮਾ ਸਾਜਦਾ ਹੈ, ਸਿਵ ਸੰਘਾਰ ਕਰਦਾ ਹੈ ਤੇ ਵਿਸ਼ਨੂੰ ਪਾਲਦਾ ਹੈ। ਇਹਨਾਂ ਤਿੰਨਾਂ ਨੂੰ ਗੁਰੂ ਜੀ ਇੱਥੇ ਕਰਤਾ ਨਹੀਂ ਕਹਿ ਰਹੇ, ਪਰ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਉਤਪਤ ਪਰਲੋ ਜਾਂ ਸਭ ਕੁਝ ਦਾ ਮਾਲਕ ਅਤੇ ਪੂਜਨ ਯੋਗ ਦੱਸਦੇ ਹਨ, ਜਿਸ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ। ਮਨ ਦਿਆ ਗੁਰੂ ਆਪਣੇ, ਪਾਇਆ ਨਿਰਮਲ ਨਾਉ। ਆਪਣੇ ਗੁਰੂ ਨੂੰ ਮੈਂ ਮਨ ਦਿੱਤਾ ਹੈ ਤੇ ਉਸ ਗੁਰੂ ਤੋਂ ਮੈਨੂੰ ਪ੍ਰਾਪਤ ਹੋਇਆ ਹੈ ਕਿ ਨਿਰਮਲ ਨਾਮ। ਸੋ ਜਿਸ ਗੁਰੂ ਨੇ ਮੈਨੂੰ ਨਾਮ ਦਿੱਤਾ ਹੈ ਉਸ ਨੂੰ ਸੇਵਾਂਗਾ ਔਰ ਉਸ ਤੋਂ ਮੈਂ ਸਦਕੇ ਜਾਵਾਂਗਾ, ਕਿਉਂਕਿ ਜਿਸ ਦਾ ਨਾਮ ਉਸਨੇ ਦਿੱਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ, ਉਹ ਰੱਬ ਜੋ ਆਪੇ ਉਸਾਰਦਾ ਹੈ ਤੇ ਉਹ ਹੀ ਢਾਏਗਾ। ਉਸ ਤੋਂ ਬਿਨਾਂ ਕੋਈ ਕਰਤਾ ਹਰਤਾ ਨਹੀਂ ਹੈ। ਗੁਰੂ ਦੀ ਕਿਰਪਾ ਨਾਲ ਇਸ ਵਾਹਿਗੁਰੂ ਨੂੰ ਸੰਭਾਲਦਾ ਰਹਾ, ਭਾਵ ਇਸ ਦਾ ਨਾਮ ਜਪਦਾ ਰਹਾ, ਤਾਂ ਜੋ ਮਰੇ ਸਰੀਰ ਨੂੰ ਦੁੱਖ ਨਾ ਹੋਵੇ। ਨਾ ਕੋ ਮੇਰਾ ਕਿਸਰਾਈ ਨੂੰ ਕੋ ਹੁਆ ਨਾ ਹੋਗ। ਆਵਣ ਜਾਣ ਵਿਚਾਰਿਆ ਦੁਬਦਾ ਵਿਆਪੇ ਰੋਗ। ਨਾਮ ਵੇ ਹੋਣੇ ਆਦਮੀ ਕਲਰ ਕੰਧ ਗਿਰਤ। ਵਿਣ ਨਾਵੇਂ ਕਿਉਂ ਸੁਟੀ ਹੈ ਜਾਏ ਰਸਾਤਲ ਅੰਤ। ਜਿਵੇਂ ਕਲਰ ਬਣੀ ਕੰਧ ਉੱਤੇ ਸਾਬਤ ਦਿਸਦੀ ਹੈ, ਵਿੱਚੋਂ ਭੁੱਗੀ ਹੁੰਦੀ ਹੈ, ਤਿਵੇਂ ਪਦਾਰਥਾਂ ਦੀ ਪ੍ਰਾਪਤੀ ਦੀ ਹੋੜ ਵਿੱਚ ਲੱਗਿਆ ਰੋਗ ਅੰਦਰੋਂ ਖਾਲੀ ਕਰ ਦਿੰਦਾ ਹੈ ਔਰ ਕਲਰ ਦੀ ਕੰਧ ਵਾਂਗ ਵਿਨਾਸ਼ ਹੋਣਾ ਨਿਸ਼ਚਿਤ ਹੈ। ਰਸਾਤਲ ਧਰਤੀ ਦੇ ਹੇਠਾਂ ਸਤਵਾਂ ਪਤਾਲ ਜਾਂ ਨਰਕ, ਜਿੱਥੇ ਨਾਗ ਅਸੁਰ ਦੈਂਤ ਰਹਿੰਦੇ ਹਨ। ਸਾਹਿਬ ਰਸਾਤਲ ਦੱਸ ਰਹੇ ਹਨ ਕਿ ਧਰਤੀ ਦੇ ਹੇਠਲਾ ਸਤਵਾਂ ਪਤਾਲ ਜਾਂ ਨਰਕ, ਜਿੱਥੇ ਨਾਗ ਅਸੁਰ ਦੈਂਤ ਰਹਿੰਦੇ ਹਨ। ਸੰਸਾਰ ਵਿੱਚ ਕੋਈ ਪਦਾਰਥ ਮੇਰਾ ਨਹੀਂ ਹੈ, ਨਾ ਹੀ ਅੱਗੇ ਕਦੇ ਹੋਇਆ ਹੈ, ਨਾ ਹੀ ਹੋਏਗਾ। ਸੋ ਮੈਂ ਕਿਸ ਨੂੰ ਫੜਾਂ, ਕੋਈ ਚੀਜ਼ ਫੜਨ ਯੋਗ ਹੈ ਹੀ ਨਹੀਂ। ਇਹਨਾਂ ਪਦਾਰਥਾਂ ਦੀ ਪ੍ਰਾਪਤੀ ਤੇ ਵਿਨਾਸ਼ ਵਿੱਚ ਦੁਵਿਧਾ ਰੂਪੀ ਰੋਗ ਲੱਗਾ ਰਹਿੰਦਾ ਹੈ, ਜਿਸ ਨਾਲ ਖੱਜਲ ਖਵਾਰ ਹੋਈਦਾ ਹੈ। ਖਵਾਰ ਇਸ ਤਰ੍ਹਾਂ ਕਿ ਦੁਵਿਧਾ ਵਿੱਚ ਲੱਗੇ ਹੋਏ ਜੀਵ ਨਾਮ ਵਿੱਚ ਨਹੀਂ ਲੱਗ ਸਕਦੇ ਅਤੇ ਨਾਮ ਤੋਂ ਸਖਣੇ ਜੀਵ ਕਲਰ ਦੀ ਕੰਧ ਵਾਂਗ ਡਿੱਗ ਪੈਂਦੇ ਹਨ। ਫਿਰ ਪ੍ਰਲੋਕ ਵਿੱਚ ਜਾ ਕੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਮਿਲਦਾ ਤੇ ਅੰਤ ਰਸਾਤਲ ਵਿੱਚ, ਭਾਵ ਨਰਕਾਂ ਦਾ ਵਿੱਚ ਜਾਣਾ ਪੈਂਦਾ ਹੈ। ਤੋ ਗਣਤ ਗਣਾਵੇ ਅਖਰੀ। ਅਗਣਤ ਸੱਚਾ ਸੋਏ, ਅਗਿਆਨੀ ਮਤ ਹੀਨ ਹੈ। ਗੁਰਬਿਨ ਗਿਆਨ ਨਾ ਹੋਏ। ਉਪੇ ਤੰਦ ਰਬਾਬ ਕੀ, ਵਾਜੇ ਨਹੀਂ ਵਿਜੋਗ। ਵਿਸੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਪੜੇ ਹੋਏ ਭਾਵ ਗਿਣਤ ਗਣਾਉਣ ਵਾਲੇ ਜੀਵ ਤਰ੍ਹਾਂ ਤਰ੍ਹਾਂ ਦੇ ਲਿਖੇ ਪਏ ਰੱਬ ਨਾਲ ਕਰਦੇ ਹਨ। ਕੋਈ 24,000 ਸਵਾਸਾਂ ਦਾ, ਕੋਈ ਕਰਮਾਂ ਦਾ, ਕੋਈ ਰੋਮਾਂ ਦੀ ਗਿਣਤੀ ਦਾ, ਕੋਈ ਜੰਤਰਾਂ ਮੰਤਰਾਂ ਦਾ, ਕੋਈ ਸ਼ਾਸਤਰਾਂ ਵਿੱਚ ਦੱਸੀਆਂ ਗਿਣਤੀਆਂ ਮਿੰਤੀਆਂ ਤੇ ਹਿਸਾਬਾਂ ਦਾ। ਮਨ ਰਵਾਬ ਹੈ, ਤੰਦ ਬਿਰਤੀ ਦੀ ਲਿਵ ਹੈ, ਨਾਮ ਦੀ ਧੁਨੀ ਇਸ ਦਾ ਵੱਜਣਾ ਹੈ। ਗੁਰੂ ਪਿਆਰਿਓ, ਇਹ ਸਾਰੀ ਬਾਣੀ ਜੋ ਸਾਨੂੰ ਸਮਝਾ ਰਹੀ ਹੈ, ਸਾਨੂੰ ਜੀਵਾਂ ਨੂੰ ਇਸ ਇੱਕ ਓਮਕਾਰ ਨਿਰਾਕਾਰ ਨਿਰੰਕਾਰ ਸਵਾਮੀ ਦੀ ਉਸਤਤ ਕਰ ਰਹੀ ਹੈ। ਇਹਦੇ ਨਾਲ ਕਿਸ ਤਰ੍ਹਾਂ ਮਿਲਾਪ ਕਰਨਾ ਹੈ, ਇਹਦੇ ਤਰੀਕੇ ਦੱਸ ਰਹੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਇੱਕ ਓਮਕਾਰ ਨਿਰਾਕਾਰ ਨਿਰੰਕਾਰ ਸਵਾਮੀ ਨੂੰ ਸਾਰੇ ਧਰਮਾਂ ਦੇ ਲੋਕਾਂ ਨੇ ਜਾਣਨਾ ਹੈ।